Hello, dear students. Welcome to my channel Education Simplified by OCDC. This is विनोद कुमार गर्ग। सो अगर ਤੁਸੀਂ ਨਰਸਿੰਗ ਦੀ ਤਿਆਰੀ ਕਰ ਰਹੇ ਹੋ ਜਾਂ ਕੋਈ ਨਰਸਿੰਗ ਦਾ ਕੋਰਸ ਕਰ ਰਹੇ ਹੋ ਜਾਂ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਨਰਸ ਦੀ ਪੋਸਟ ਵਾਸਤੇ ਜਾਂ ਇਸ ਤੋਂ ਇਲਾਵਾ ਤੁਸੀਂ ਕੋਈ ਵੀ ਮੈਡੀਕਲ ਜਾਂ ਪੈਰਾਮੈਡੀਕਲ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਸਪੈਸ਼ਲ ਹੈ। ਇਸ ਵੀਡੀਓ ਵਿੱਚ ਆਪਾਂ ਕਰਨ ਜਾ ਰਹੇ ਹਾਂ ਐਂਜ਼ਾਈਮ ਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਦੱਸਣ ਜਾ ਰਿਹਾ ਤੁਹਾਨੂੰ ਕਿ ਐਂਜ਼ਾਈਮ ਕੀ ਹੁੰਦੇ ਨੇ, ਉਹਦੀ ਕਲਾਸੀਫਿਕੇਸ਼ਨ ਕੀ ਹੁੰਦੀ ਹੈ, ਉਸਦੇ ਫੰਕਸ਼ਨ ਤੇ ਪ੍ਰੋਪਰਟੀਜ਼ ਕੀ ਹੁੰਦੀਆਂ ਨੇ। ਸੋ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰ ਦਿਆਂਗੇ ਐਂਜ਼ਾਈਮ ਦੀ ਡੈਫੀਨੇਸ਼ਨ। ਐਂਜ਼ਾਈਮਸ ਕੀ ਹੁੰਦੇ ਨੇ? ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਆਲ ਐਂਜ਼ਾਈਮਸ ਆਰ ਪ੍ਰੋਟੀਨ। ਸਾਰੇ ਐਂਜ਼ਾਈਮ ਹਮੇਸ਼ਾ ਪ੍ਰੋਟੀਨ ਹੀ ਹੁੰਦੇ ਨੇ, ਠੀਕ ਹੈ, ਬਟ ਸਾਰੀਆਂ ਪ੍ਰੋਟੀਨ ਐਂਜ਼ਾਈਮ ਨਹੀਂ ਹੋ ਸਕਦੀਆਂ। ਓਕੇ, ਐਂਜ਼ਾਈਮਸ ਆਰ ਸੋਲੂਬਲ ਮਤਲਬ ਘੁਲਣਸ਼ੀਲ ਹੁੰਦੇ ਨੇ। ਕੋਲੋਇਡਲ ਤੋਂ ਭਾਵ ਹੁੰਦਾ ਹੈ ਇੱਕ ਸੋਲਿਡ ਫੇਜ਼, ਇਨਸੋਲੂਬਲ ਫੇਜ਼ ਇੱਕ ਸੋਲੂਬਲ ਫੇਜ਼ ਦੇ ਅੰਦਰ ਹੁੰਦਾ ਹੈ, ਠੀਕ ਹੈ, ਤਾਂ ਉਸ ਨੂੰ ਕੋਲੋਇਡਲ ਸੋਲੂਸ਼ਨ ਕਿਹਾ ਜਾਂਦਾ ਹੈ। ਇਸ ਤਰ੍ਹਾਂ ਇਹ ਆਰਗੈਨਿਕ ਕੰਪਾਊਂਡ ਨੇ। ਆਰਗੈਨਿਕ ਤੋਂ ਭਾਵ ਹੁੰਦਾ ਕੋਈ ਵੀ ਚੀਜ਼ ਜਿਹੜੀ ਕਾਰਬਨ, ਹਾਈਡਰੋਜਨ, ਆਕਸੀਜਨ, ਨਾਈਟ੍ਰੋਜਨ, ਫਾਸਫੋਰਸ ਅਤੇ ਸਲਫਰ ਤੋਂ ਬਣੀ ਹੋਵੇ ਉਸ ਨੂੰ ਆਰਗੈਨਿਕ ਕਿਹਾ ਜਾਂਦਾ ਹੈ। ਬਾਇਓ ਕੈਟਲਿਸਟ ਤੋਂ ਭਾਵ ਹੈ ਕਿ ਇਹ ਆਪਣੀ ਲਿਵਿੰਗ ਬੋਡੀ ਦੇ ਵਿੱਚ ਹੋਣ ਵਾਲੀਆਂ ਰਿਐਕਸ਼ਨਸ ਨੂੰ ਤੇਜ਼ ਕਰਦੇ ਨੇ, ਠੀਕ ਹੈ, ਤਾਂ ਉਹਨੂੰ ਤੇਜ਼ ਕਰਨ ਦਾ ਤਰੀਕਾ ਕੀ ਹੁੰਦਾ ਕਿ ਜਿੰਨੇ ਵੀ ਐਂਜ਼ਾਈਮ ਕਿਸੇ ਰਿਐਕਸ਼ਨ ਨੂੰ ਫਾਸਟ ਕਰਦੇ ਨੇ ਉਹਦਾ ਬੇਸ ਇਹ ਹੁੰਦਾ ਹੈ ਕਿ ਉਹ ਉਸ ਰਿਐਕਸ਼ਨ ਨੂੰ ਜਿਹੜੀ ਲੋੜੀਂਦੀ એનર્ਜੀ ਹੁੰਦੀ ਹੈ ਉਹ એનર્ਜੀ ਦੀ ਅਮਾਊਂਟ ਨੂੰ ਘਟਾ ਦਿੰਦੇ ਨੇ, ਮਤਲਬ ਲੋੜੀਂਦੀ ਅਮਾਊਂਟ ਨੂੰ ਘਟਾ ਦਿੰਦੇ ਨੇ। ਵੀ ਫੋਰ ਐਗਜ਼ਾਮਪਲ ਜੇ ਕੋਈ એનર્ਜੀ ਮਤਲਬ ਇੱਕ ਰਿਐਕਸ਼ਨ ਹੈ ਉਹਨੂੰ ਹੋਣ ਵਾਸਤੇ ਜਿੰਨੀ એનર્ਜੀ ਚਾਹੀਦੀ ਹੈ, ਠੀਕ ਹੈ, ਤਾਂ ਇਹ ਐਂਜ਼ਾਈਮ ਦੀ ਪ੍ਰੈਜੈਂਸ ਵਿੱਚ ਉਹੀ ਰਿਐਕਸ਼ਨ ਘੱਟ એનર્ਜੀ ਦੇ ਉੱਪਰ ਵੀ ਹੋ ਜਾਵੇਗੀ, ਠੀਕ ਹੈ ਜੀ, ਤਾਂ ਉਸ ਨੂੰ ਕਿਹਾ ਜਾਂਦਾ ਹੈ ਬਾਈ ਲੋਅਰਿੰਗ ਦਾ ਐਕਟੀਵੇਸ਼ਨ એનર્ਜੀ। ਇਹ ਆਧਾਰ ਹੁੰਦਾ ਹੈ ਕਿਸੇ ਵੀ ਐਂਜ਼ਾਈਮ ਦੇ ਕੰਮ ਕਰਨ ਦਾ। ਤਾਂ ਕੋਈ ਵੀ ਐਂਜ਼ਾਈਮ ਆਪਣੀ ਬੋਡੀ ਦੇ ਵਿੱਚ ਹੀ ਬਣਦਾ ਹੈ ਤਾਂ ਉਸਨੂੰ ਬਾਇਓਸਿੰਥੇਸਿਸ ਕਿਹਾ ਜਾਂਦਾ ਹੈ, ਅਤੇ ਐਂਜ਼ਾਈਮ ਆਪਾਂ ਬਾਹਰੋਂ ਵੀ ਲੈ ਸਕਦੇ ਹਾਂ। ਉਸ ਤੋਂ ਬਾਅਦ ਹੈ ਕਿ ਦੇਅਰ ਆਰ ਨੰਬਰ ਆਫ ਐਂਜ਼ਾਈਮਸ ਪ੍ਰੈਜ਼ੈਂਟ ਇਨ ਦਾ ਬੋਡੀ ਆਫ ਐਨ ਆਰਗੈਨਿਜ਼ਮ ਵਿਚ ਹੈਲਪ ਇਨ ਦਾ ਡਾਈਜੈਸ਼ਨ ਆਫ ਕਾਰਬੋਹਾਈਡਰੇਟਸ, ਪ੍ਰੋਟੀਨਸ ਐਂਡ ਫੈਟਸ। ਮਤਲਬ ਮਨੁੱਖੀ ਸਰੀਰ ਦੇ ਵਿੱਚ ਜਾਂ ਕਿਸੇ ਵੀ ਜਾਨਵਰਾਂ ਦੇ ਸਰੀਰ ਦੇ ਵਿੱਚ ਕਾਰਬੋਹਾਈਡਰੇਟਸ, ਪ੍ਰੋਟੀਨ ਅਤੇ ਚਰਬੀ ਨੂੰ ਪਚਾਉਣ ਦੇ ਲਈ ਇਹਨਾਂ ਐਂਜ਼ਾਈਮ ਦੀ ਜ਼ਰੂਰਤ ਹੁੰਦੀ ਹੈ, ਅਤੇ ਇਹ ਐਂਜ਼ਾਈਮ ਬਹੁਤ ਵੱਡੀ ਸੰਖਿਆ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ ਸਰੀਰ ਦੇ ਵਿੱਚ। ਇਸ ਤੋਂ ਉਪਰੰਤ ਆਪਾਂ ਗੱਲ ਕਰਾਂਗੇ ਪ੍ਰੋਪਰਟੀਜ਼ ਕਿ ਐਂਜ਼ਾਈਮ ਦੀ ਪ੍ਰੋਪਰਟੀ ਕਿਹੜੀ ਕਿਹੜੀਆਂ ਹੁੰਦੀਆਂ ਨੇ। ਤਾਂ ਐਂਜ਼ਾਈਮ ਦੀ ਜਿਹੜੀ ਸਭ ਤੋਂ ਪਹਿਲੀ ਪ੍ਰੋਪਰਟੀ ਕੀ ਹੈ? ਡੀਨੈਚੂਰੇਸ਼ਨ। ਸਿੰਸ ਆਲ ਐਂਜ਼ਾਈਮਸ ਆਰ ਪ੍ਰੋਟੀਨਸ, ਮੈਂ ਤੁਹਾਨੂੰ ਪਹਿਲੇ ਦੱਸ ਚੁੱਕਿਆ ਕਿ ਸਾਰੇ ਐਂਜ਼ਾਈਮ ਪ੍ਰੋਟੀਨ ਹੁੰਦੇ ਨੇ। ਦੇਅਰ ਐਕਟੀਵਿਟੀਜ਼ ਡਿਪੈਂਡੈਂਟ ਔਨ ਦਾ ਮੇਨਟੇਨਿੰਗ ਦਾ ਪ੍ਰੋਪਰ 3 ਡਾਇਮੈਂਸ਼ਨਲ ਕਨਫਰਮੇਸ਼ਨ। ਕੋਈ ਵੀ ਐਂਜ਼ਾਈਮ ਦੀ ਜਿਹੜੀ ਪ੍ਰੋਪਰਟੀ ਹੁੰਦੀ ਹੈ ਐਜ਼ ਏ ਬਾਇਓ ਕੈਟਲਿਸਟ, ਠੀਕ ਹੈ, ਉਹ ਹਮੇਸ਼ਾ ਉਹਦੀ 3D ਸਟਰਕਚਰ ਕਰਕੇ ਹੁੰਦੀ ਹੈ। ਜਿੰਨੇ ਵੀ ਪ੍ਰੋਟੀਨ ਨੇ ਉਹਨਾਂ ਦੀ ਇੱਕ ਪ੍ਰਾਇਮਰੀ ਸਟਰਕਚਰ ਹੁੰਦੀ ਹੈ, ਇੱਕ ਸੈਕੰਡਰੀ ਹੁੰਦੀ ਹੈ, ਫਿਰ ਟਰਸ਼ਰੀ ਹੁੰਦੀ ਹੈ, ਫਿਰ ਕੁਟਰਨਰੀ ਹੁੰਦੀ ਹੈ। ਤਾਂ ਕੋਈ ਵੀ ਪ੍ਰੋਟੀਨ ਐਂਜ਼ਾਈਮ ਦਾ ਕੰਮ ਸਿਰਫ ਉਦੋਂ ਹੀ ਕਰ ਸਕਦੀ ਹੈ ਜਦੋਂ ਉਹ ਟਰਸ਼ਰੀ ਸਟਰਕਚਰ ਦੇ ਵਿੱਚ ਹੁੰਦੀ ਹੈ। ਸੋ ਉਸ ਟਰਸ਼ਰੀ ਸਟਰਕਚਰ ਨੂੰ ਆਪਾਂ 3 ਡਾਇਮੈਂਸ਼ਨਲ ਸਟਰਕਚਰ ਕਹਿੰਦੇ ਹਾਂ, ਅਤੇ ਉਹਨੂੰ ਮੇਨਟੇਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਓਕੇ, ਫੰਕਸ਼ਨ ਆਫ ਦਾ ਪ੍ਰੋਟੀਨ ਇਜ਼ ਡਿਪੈਂਡੈਂਟ ਔਨ ਇਟਸ ਸਟਰਕਚਰ। ਕਿਸੇ ਵੀ ਪ੍ਰੋਟੀਨ ਦਾ ਕੀ ਕੰਮ ਹੈ ਉਹ ਉਹਦੀ ਸਟਰਕਚਰ ਦੇ ਉੱਪਰ ਹੀ ਨਿਰਭਰ ਕਰਦਾ ਹੈ। ਸੋ ਜਦੋਂ ਪ੍ਰੋਟੀਨ ਦੀ ਸਟਰਕਚਰ ਡਿਸਟਰੋਏ ਹੋ ਜਾਵੇ ਤਾਂ ਉਹ ਪ੍ਰੋਟੀਨ ਕੰਮ ਨਹੀਂ ਕਰ ਸਕੇਗੀ, ਤਾਂ ਉਸ ਨੂੰ ਹੀ ਕਿਹਾ ਜਾਂਦਾ ਹੈ ਡੀਨੈਚੂਰੇਸ਼ਨ। ਸਭ ਤੋਂ ਸੌਖੀ ਭਾਸ਼ਾ 'ਚ ਮੈਂ ਤੁਹਾਨੂੰ ਸਮਝਾਵਾਂ, ਜਦੋਂ ਆਪਾਂ ਅੰਡੇ ਨੂੰ ਉਬਾਲਦੇ ਹਾਂ ਤਾਂ ਉਬਾਲਣ ਤੋਂ ਪਹਿਲਾਂ ਉਹ ਲਿਕੁਇਡ ਫਾਰਮ ਵਿੱਚ ਹੁੰਦਾ ਹੈ, ਉਬਾਲਣ ਤੋਂ ਬਾਅਦ ਸੋਲਿਡ ਹੋ ਜਾਂਦਾ ਹੈ, ਤਾਂ ਇਹ ਪ੍ਰੋਟੀਨ ਦੀ ਹੀ ਡੀਨੈਚੂਰੇਸ਼ਨ ਕਰਕੇ ਅੰਡਾ ਸੋਲਿਡ ਬਣਦਾ ਹੈ, ਠੀਕ ਹੈ। ਜੇ ਬੇਸਿਕ ਐਗਜ਼ਾਮਪਲ ਜੇ ਚੰਗੀ ਤਰ੍ਹਾਂ ਸਮਝੋਗੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਕਿ ਕਿੰਨਾ ਆਸਾਨ ਹੈ ਮੈਡੀਕਲ ਅਤੇ ਨੋਨ ਮੈਡੀਕਲ ਦੇ ਕਿਸੇ ਵੀ ਟੌਪਿਕ ਨੂੰ ਸਮਝਣਾ। ਸੋ ਨਾਲ ਹੀ ਗੱਲ ਕਰੀਏ ਕਿ ਇਹ ਜਿਹੜੀ ਸਟਰਕਚਰ ਉਹ ਡੈਮੇਜ ਕਿਵੇਂ ਹੁੰਦੀ ਹੈ, ਸੱਚ ਐਜ਼ ਪੀਐਚ। ਸਭ ਤੋਂ ਪਹਿਲਾਂ ਕੀ ਹੈ, ਪੀਐਚ ਦੇ ਵਧਣ ਜਾਂ ਘਟਣ ਨਾਲ ਸਟਰਕਚਰ ਦੇ ਉੱਪਰ ਇੰਪੈਕਟ ਪੈਂਦਾ ਹੈ। ਇਸੇ ਤਰ੍ਹਾਂ ਟੈਂਪਰੇਚਰ ਦੇ ਵਧਣ ਘਟਣ ਨਾਲ, ਇਸੇ ਤਰ੍ਹਾਂ ਆਇਨ ਦੀ ਸਟਰੈਂਥ ਦੇ ਵਧਣ ਘਟਣ ਨਾਲ, ਤਾਂ ਇਹਦੇ ਨਾਲ ਸਟਰਕਚਰ ਜਿਹੜੀ ਪ੍ਰੋਟੀਨ ਦੀ ਉਹ ਡੈਮੇਜ ਹੁੰਦੀ ਹੈ। ਜਦੋਂ ਪ੍ਰੋਟੀਨ ਦੀ ਸਟਰਕਚਰ ਡੈਮੇਜ ਹੁੰਦੀ ਹੈ ਤਾਂ ਉਸ ਦਾ ਫੰਕਸ਼ਨ ਵੀ ਖਤਮ ਹੋ ਜਾਂਦਾ ਹੈ। ਦਿਸ ਡਿਸਰਪਸ਼ਨ ਆਫ ਦਾ ਸਟਰਕਚਰ ਐਂਡ ਫੰਕਸ਼ਨ ਇਜ਼ ਨੋਨ ਐਜ਼ ਡੀਨੈਚੂਰੇਸ਼ਨ, ਠੀਕ ਹੈ। ਜਦੋਂ ਸਟਰਕਚਰ ਜਾਂ ਫੰਕਸ਼ਨ ਦੋਨੇ ਖਰਾਬ ਹੋ ਜਾਣ ਪ੍ਰੋਟੀਨ ਦੇ ਤਾਂ ਉਸਨੂੰ ਡੀਨੈਚੂਰੇਸ਼ਨ ਕਿਹਾ ਜਾਂਦਾ ਹੈ। ਸੋ ਅੱਗੇ ਆਪਾਂ ਗੱਲ ਕਰੀਏ ਅਗਲੀ ਪ੍ਰੋਪਰਟੀ ਦੀ, ਜਿਹਦਾ ਨਾਮ ਹੈ ਸਪੈਸੀਫਿਸਿਟੀ। ਹੁਣ ਸਪੈਸੀਫਿਸਿਟੀ ਨੂੰ ਵੀ ਬਹੁਤ ਹੀ ਸਿੰਪਲ ਭਾਸ਼ਾ ਤੁਸੀਂ ਸਮਝ ਸਕਦੇ ਹੋ। ਜਿਵੇਂ ਆਪਾਂ ਕਿਸੇ ਤਾਲੇ ਨੂੰ ਖੋਲ੍ਹਣਾ ਹੁੰਦਾ ਚਾਬੀ ਦੇ ਨਾਲ, ਤਾਂ ਆਪਾਂ ਅਕਸਰ ਦੇਖਦੇ ਹਾਂ ਕਿ ਇੱਕ ਤਾਲੇ ਦੀ ਸਪੈਸੀਫਿਕ ਹੀ ਚਾਬੀ ਹੁੰਦੀ ਹੈ, ਤਾਂ ਉਹ ਚਾਬੀ ਹੋਰ ਤਾਲੇ ਨੂੰ ਨਹੀਂ ਖੋਲ੍ਹ ਸਕਦੀ। ਇਸੇ ਤਰ੍ਹਾਂ ਇੱਕ ਐਂਜ਼ਾਈਮ ਜਿਸ ਰਿਐਕਸ਼ਨ ਵਾਸਤੇ ਬਣਿਆ ਹੈ ਤਾਂ ਉਹੀ ਐਂਜ਼ਾਈਮ ਕਿਸੇ ਹੋਰ ਰਿਐਕਸ਼ਨ ਨੂੰ ਨਹੀਂ ਕਰਦਾ, ਠੀਕ ਹੈ ਜੀ, ਤਾਂ ਇਸ ਨੂੰ ਕਿਹਾ ਜਾਂਦਾ ਹੈ ਸਪੈਸੀਫਿਸਿਟੀ। Okay, enzymes catalyze specific reaction. This catalyze
catalysis occur in the special site where the reactant bind to react ਐਂਡ ਦਾ ਰਿਐਕਟ ਟੂ ਫਾਰਮ ਪ੍ਰੋਡਕਟ। ਮਤਲਬ ਜਿਹੜਾ ਰਿਐਕਟੈਂਟ ਹੁੰਦੇ ਨੇ ਉਹ ਇੱਕ ਸਹੀ ਸਾਈਟ ਦੇ ਉੱਪਰ ਜਾ ਕੇ ਬਾਈਂਡ ਕਰਦੇ ਨੇ ਅਤੇ ਉਦੋਂ ਬਾਅਦ ਇੱਕ ਪ੍ਰੋਡਕਟ ਬਣਦਾ ਗਾ ਅਤੇ ਉਸ ਸਾਈਟ ਨੂੰ ਐਕਟਿਵ ਸਾਈਟ ਕਿਹਾ ਜਾਂਦਾ ਹੈ ਜਿੱਥੇ ਐਨਜ਼ਾਈਮ ਜਾ ਕੇ ਬਾਈਂਡ ਕਰਦੇ ਨੇ। ਠੀਕ ਹੈ ਜੀ। ਕੋਈ ਵੀ ਇੱਕ ਐਨਜ਼ਾਈਮ ਜਿਸ ਸਬਸਟਾਂਸ ਦੇ ਉੱਪਰ ਕੰਮ ਕਰਦਾ ਹੈ ਉਸ ਸਬਸਟਾਂਸ ਨੂੰ ਸਬਸਟ੍ਰੇਟ ਕਿਹਾ ਜਾਂਦਾ ਹੈ। ਫੋਰ ਐਗਜ਼ਾਮਪਲ ਇੱਕ ਲਾਈਪੇਜ਼ ਨਾਮ ਦਾ ਐਨਜ਼ਾਈਮ ਹੁੰਦਾ ਹੈ ਜੋ ਕਿ ਲਿਪਿਡ ਦੇ ਉੱਪਰ ਕੰਮ ਕਰਦਾ ਹੈ। ਤਾਂ ਲਿਪਿਡ ਹੋ ਗਿਆ ਫੈਟ, ਫੈਟ ਨੂੰ ਆਪਾਂ ਕਹਾਂਗੇ ਇੱਥੇ ਸਬਸਟ੍ਰੇਟ ਅਤੇ ਲਾਈਪੇਜ਼ ਨੂੰ ਕਹਾਂਗੇ ਐਨਜ਼ਾਈਮ। ਜ਼ਿਆਦਾਤਰ ਐਨਜ਼ਾਈਮਸ ਦੇ ਪਿੱਛੇ ਨਾਮ ਦੇ ਪਿੱਛੇ ਏਜ਼ ਸ਼ਬਦ ਆਉਂਦਾ ਹੈ, ASE ਸਫਿਕਸ ਦੇ ਤੌਰ ਤੇ ASE ਆਉਂਦਾ, ਜਿਵੇਂ ਕਿ ਲਾਈਪੇਜ਼, ਅਮਾਈਲੇਜ਼, ਹਾਈਡਰੋਲੇਜ਼, ਨਾਈਟ੍ਰੋਜੀਨੇਜ਼। ਠੀਕ ਹੈ ਜੀ। ਇਸ ਤਰ੍ਹਾਂ ਹਰੇਕ ਐਨਜ਼ਾਈਮ ਦੇ ਪਿੱਛੇ ਲਗਭਗ ASE ਸਫਿਕਸ ਜ਼ਰੂਰ ਹੁੰਦਾ ਹੈ, ਤਾਂ ਉੱਥੋਂ ਤੁਹਾਨੂੰ ਪਹਿਚਾਣ ਹੋ ਜਾਵੇਗੀ ਇਹ ਇੱਕ ਐਨਜ਼ਾਈਮ ਦਾ ਨਾਮ ਹੈ। ਹੁਣ ਇੱਕ ਹੋਰ ਆਪਾਂ ਗੱਲ ਕਰ ਲਈਏ ਇੱਥੇ ਕਿ ਕਈ ਵਾਰ ਕੀ ਹੈ, ਜਿਵੇਂ ਮੈਂ ਤੁਹਾਨੂੰ ਕਿਹਾ ਵੀ ਇੱਕ ਐਨਜ਼ਾਈਮ ਸਪੈਸੀਫਿਕ ਇੱਕ ਸਬਸਟ੍ਰੇਟ ਦੇ ਉੱਪਰ ਹੀ ਕੰਮ ਕਰਦਾ ਹੈ। ਕਈ ਵਾਰ ਕੀ ਹੁੰਦਾ ਕਿ ਕੋਈ ਹੋਰ ਸਬਸਟ੍ਰੇਟ ਜਿਹਦੇ ਉੱਪਰ ਉਹ ਐਨਜ਼ਾਈਮ ਕੰਮ ਤਾਂ ਨਹੀਂ ਕਰਦਾ ਬਟ ਉਹ ਸਬਸਟ੍ਰੇਟ ਟਰੂ ਸਬਸਟ੍ਰੇਟ ਦੇ ਨਾਲ ਮਿਲਦਾ ਹੁੰਦਾ ਹੈ ਜਿਸ ਦੇ ਉੱਪਰ ਐਨਜ਼ਾਈਮ ਨੇ ਕੰਮ ਕਰਨਾ ਹੁੰਦਾ ਹੈ। ਤਾਂ ਉਸ ਕੇਸ ਦੇ ਵਿੱਚ ਕੀ ਹੁੰਦਾ ਹੈ, ਜਿਹੜਾ ਦੂਸਰਾ ਸਬਸਟ੍ਰੇਟ ਜੋ ਕਿ ਰੀਅਲ ਦੇ ਵਿੱਚ ਜਿਸ ਦੇ ਉੱਪਰ ਐਨਜ਼ਾਈਮ ਨੇ ਕੰਮ ਨਹੀਂ ਕਰਨਾ ਹੁੰਦਾ, ਉਹ ਅਗਰ ਜਾ ਕੇ ਐਨਜ਼ਾਈਮ ਦੇ ਨਾਲ ਬਾਈਂਡ ਕਰ ਵੀ ਜਾਵੇ ਤਾਂ ਉਹ ਰਿਐਕਸ਼ਨ ਨੂੰ ਰੋਕ ਦਿੰਦਾ ਹੈ। ਠੀਕ ਹੈ ਜੀ। ਤਾਂ ਉਸ ਰਿਐਕਸ਼ਨ ਦੇ ਰੋਕਣ ਨੂੰ ਆਪਾਂ ਕੀ ਕਹਾਂਗੇ, ਇਨਹਿਬਿਸ਼ਨ। ਠੀਕ ਹੈ। ਰਿਐਕਸ਼ਨ ਦੇ ਰੋਕਣ ਨੂੰ ਆਪਾਂ ਕਹਾਂਗੇ ਇਨਹਿਬਿਸ਼ਨ, ਅਤੇ ਜਿਸ ਨੇ ਰੋਕਿਆ ਉਸ ਨੂੰ ਕਹਾਂਗੇ ਇਨਹਿਬਿਟਰ। ਅਤੇ ਇਸ ਤਰ੍ਹਾਂ ਦੇ ਇਨਹਿਬਿਸ਼ਨ ਰਿਐਕਸ਼ਨ ਨੂੰ ਕਿਹਾ ਜਾਂਦਾ ਹੈ ਕੰਪੀਟੀਟਿਵ ਇਨਹਿਬਿਸ਼ਨ। ਓਕੇ, ਇਹ ਵੀ ਹਮੇਸ਼ਾ ਯਾਦ ਰੱਖਣਾ ਹੈ, ਬਹੁਤ ਇੰਪੋਰਟੈਂਟ ਕੁਐਸਚਨ ਹੈ। ਸੋ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਤੀਜੀ ਪ੍ਰੋਪਰਟੀ ਜਿਹਦਾ ਨਾਮ ਹੈ ਰੈਗੂਲੇਸ਼ਨ। ਅ ਸੈੱਲ ਡਜ਼ ਨਾਟ ਆਲਵੇਜ਼ ਵਾਂਟ ਐਨ ਐਨਜ਼ਾਈਮ ਟੂ ਬੀ ਐਕਟਿਵ। ਮਤਲਬ ਇੱਕ ਸੈੱਲ ਦੇ ਵਿੱਚ ਐਨਜ਼ਾਈਮ ਨੂੰ ਹਮੇਸ਼ਾ ਐਕਟਿਵ ਰਹਿਣ ਦੀ ਲੋੜ ਨਹੀਂ ਹੁੰਦੀ। ਠੀਕ ਹੈ। ਫੋਰ ਐਗਜ਼ਾਮਪਲ ਦੇਅਰ ਇਜ਼ ਐਨਜ਼ਾਈਮ ਦੈਟ ਸਿੰਥੇਸਾਈਜ਼ ਗਲਾਈਕੋਜਨ ਫਰੋਮ ਗਲੂਕੋਜ਼। ਉਦਾਹਰਨ ਦੇ ਤੌਰ 'ਤੇ ਇੱਕ ਐਨਜ਼ਾਈਮ ਹੈ ਜੋ ਕਿ ਗਲੂਕੋਜ਼ ਤੋਂ ਗਲਾਈਕੋਜਨ ਬਣਾਉਂਦਾ ਹੈ। ਗਲੂਕੋਜ਼ ਆਪਣੇ ਵਿੱਚ ਜਿੰਨਾ ਐਕਸੈਸ ਹੁੰਦਾ ਹੈ ਲੋੜ ਤੋਂ, ਤਾਂ ਆਪਣਾ ਲਿਵਰ ਦੇ ਵਿੱਚ ਉਹ ਗਲਾਈਕੋਜਨ ਦੀ ਫਾਰਮ ਦੇ ਵਿੱਚ ਸਟੋਰ ਹੋ ਜਾਂਦਾ ਹੈ। ਇਫ ਯੂ ਆਰ ਸਟਾਰਵਿੰਗ ਯੂ ਵੁੱਡ ਨਾਟ ਵਾਂਟ ਟੂ ਯੂਅਰ ਸੈਲਸ ਟੂ ਮੇਕ ਗਲਾਈਕੋਜਨ। ਠੀਕ ਹੈ। ਤਾਂ ਇੱਥੇ ਕੀ ਹੈਗਾ ਕਿ ਇਫ ਯੂ ਵਰ ਸਟਾਰਵਿੰਗ ਯੂ ਵੁੱਡ ਨਾਟ ਵਾਂਟ ਯੂਅਰ ਸੈੱਲ ਟੂ ਮੇਕ ਗਲਾਈਕੋਜਨ। ਜੇ ਤੁਸੀਂ ਭੁੱਖੇ ਹੋ, ਪਹਿਲਾਂ ਹੀ ਤੁਹਾਨੂੰ ਭੁੱਖ ਲੱਗੀ ਹੋਈ ਹੈ, ਤਾਂ ਤੁਹਾਨੂੰ ਗਲਾਈਕੋਜਨ ਬਣਾਉਣ ਦੀ ਲੋੜ ਹੀ ਨਹੀਂ ਹੈਗੀ ਕਿਉਂਕਿ ਤੁਹਾਨੂੰ ਆਲਰੇਡੀ ਭੁੱਖ ਲੱਗੀ ਹੋਈ ਹੈ। ਠੀਕ ਹੈ। ਤਾਂ ਉਸ ਕੇਸ ਦੇ ਵਿੱਚ ਗਲਾਈਕੋਜਨ ਬਣਾਉਣ ਵਾਲੇ ਐਨਜ਼ਾਈਮ ਦੀ ਵੀ ਲੋੜ ਨਹੀਂ ਹੋਵੇਗੀ। ਸੋ ਇਸ ਦਾ ਭਾਵ ਕੀ ਹੋਇਆ ਕਿ ਜਦੋਂ ਐਨਜ਼ਾਈਮ ਦੀ ਲੋੜ ਨਹੀਂ ਹੈਗੀ ਤਾਂ ਉਸ ਐਨਜ਼ਾਈਮ ਨੂੰ ਇਨਐਕਟਿਵ ਰੱਖਣਾ ਪਵੇਗਾ, ਅਤੇ ਜਦੋਂ ਲੋੜ ਹੈਗੀ ਆ ਉਦੋਂ ਉਸ ਨੂੰ ਐਕਟਿਵ ਰੱਖਣਾ ਪਵੇਗਾ। ਸੋ ਇਸ ਤਰ੍ਹਾਂ ਐਕਟੀਵਿਟੀ ਨੂੰ ਰੈਗੂਲੇਟ ਕਰਨਾ ਬੜਾ ਜ਼ਰੂਰੀ ਹੈ। ਓਕੇ, ਐਨਜ਼ਾਈਮ ਰੈਗੂਲੇਸ਼ਨ ਜਨਰਲੀ ਅਕਰ ਬਾਈ ਵਨ ਆਫ ਦਾ ਟੂ ਡਿਫਰੈਂਟ ਮੈਥਡਸ। ਦੋ ਵਿਧੀਆਂ ਨਾਲ ਐਨਜ਼ਾਈਮ ਨੂੰ ਆਪਣਾ ਬੋਡੀ ਦੇ ਵਿੱਚ ਰੈਗੂਲੇਟ ਕੀਤਾ ਜਾਂਦਾ ਹੈ। ਪਹਿਲਾ ਹੈਗਾ ਐਲੋਸਟੀਰਿਕ ਰੈਗੂਲੇਸ਼ਨ ਅਤੇ ਦੂਜਾ ਹੈਗਾ ਕੋਵੇਲੈਂਟ ਮੋਡੀਫਿਕੇਸ਼ਨ। ਇਹਨਾਂ ਦੋਨਾਂ ਵਿਧੀਆਂ ਦੇ ਨਾਲ ਐਨਜ਼ਾਈਮ ਨੂੰ ਐਕਟਿਵ ਜਾਂ ਇਨਐਕਟਿਵ ਕੀਤਾ ਜਾਂਦਾ ਹੈ। ਓਕੇ, ਸੋ ਨੈਕਸਟ ਆਪਾਂ ਗੱਲ ਕਰੀਏ ਕਿਹੜੇ ਕਿਹੜੇ ਫੈਕਟਰ ਨੇ ਜਿਹੜੇ ਐਨਜ਼ਾਈਮ ਦੀ ਐਕਟੀਵਿਟੀ ਨੂੰ ਪ੍ਰਭਾਵਿਤ ਕਰਦੇ ਨੇ। ਪਹਿਲਾ ਹੈਗਾ ਸੈਬਰਲ ਫੈਕਟਰ ਅਫੈਕਟ ਦਾ ਰੇਟ ਐਟ ਵਿਚ ਐਨਜ਼ਾਈਮੈਟਿਕ ਰਿਐਕਸ਼ਨ ਪ੍ਰੋਸੀਡ। ਮਤਲਬ ਐਨਜ਼ਾਈਮ ਦੁਆਰਾ ਹੋਣ ਵਾਲੀ ਕਿਰਿਆ ਜਿਹੜੀ ਹੈਗੀ ਆ ਉਹਨੂੰ ਪ੍ਰਭਾਵਿਤ ਕਰਨ ਵਾਲੇ ਬਹੁਤ ਸਾਰੇ ਫੈਕਟਰ ਹੁੰਦੇ ਨੇ। ਸਭ ਤੋਂ ਪਹਿਲਾਂ ਆਉਂਦਾ ਟੈਂਪਰੇਚਰ, ਫਿਰ ਆਉਂਦਾ pH। ਟੈਂਪਰੇਚਰ ਤੋਂ ਭਾਵ ਹੁੰਦਾ ਤਾਪਮਾਨ, pH ਤੋਂ ਭਾਵ ਹੁੰਦਾ ਐਸੀਡਿਟੀ ਜਾਂ ਬੇਸਿਸਿਟੀ। ਐਨਜ਼ਾਈਮ ਕੰਸਨਟ੍ਰੇਸ਼ਨ ਮਤਲਬ ਐਨਜ਼ਾਈਮ ਦੀ ਮਾਤਰਾ ਕਿੰਨੀ ਹੈ। ਸਬਸਟ੍ਰੇਟ ਕੰਸਨਟ੍ਰੇਸ਼ਨ ਮਤਲਬ ਸਬਸਟ੍ਰੇਟ ਦੀ ਮਾਤਰਾ ਕਿੰਨੀ ਹੈ ਜਿਹਦੇ ਉੱਪਰ ਐਨਜ਼ਾਈਮ ਨੇ ਕੰਮ ਕਰਨਾ ਹੈ। ਐਂਡ ਪ੍ਰੈਜੈਂਸ ਆਫ ਐਨੀ ਇਨਹਿਬਿਟਰ, ਕਿ ਉਸ ਰਿਐਕਸ਼ਨ ਦੇ ਵਿੱਚ ਕੋਈ ਇਨਹਿਬਿਟਰ ਜਾਂ ਐਕਟੀਵੇਟਰ ਪ੍ਰੈਜੈਂਟ ਹੈ ਜਾਂ ਨਹੀਂ ਹੈ। ਸੋ ਇਹ ਸਾਰੇ ਹੀ ਕਾਰਕ ਨੇ ਜਿਹੜੇ ਐਨਜ਼ਾਈਮ ਦੁਆਰਾ ਹੋਣ ਵਾਲੀ ਰਿਐਕਸ਼ਨ ਨੂੰ ਪ੍ਰਭਾਵਿਤ ਕਰਦੇ ਨੇ। ਤਾਂ ਗੱਲ ਕਰੀਏ ਸਭ ਤੋਂ ਪਹਿਲਾਂ ਟੈਂਪਰੇਚਰ ਦੀ। ਟੈਂਪਰੇਚਰ ਕੀ ਹੈ, ਐਜ਼ ਦਾ ਟੈਂਪਰੇਚਰ ਰਾਈਜ਼ਸ ਰਿਐਕਟਿੰਗ ਮੋਲੀਕਿਊਲਸ ਹੈਵ ਮੋਰ ਕਾਈਨੈਟਿਕ ਐਨਰਜੀ। ਜਿਵੇਂ ਜਿਵੇਂ ਟੈਂਪਰੇਚਰ ਵੱਧਦਾ ਹੈ ਤਾਂ ਮੋਲੀਕਿਊਲਸ ਦੀ ਕਾਈਨੈਟਿਕ ਐਨਰਜੀ, ਜਿਹਨੂੰ ਆਪਾਂ ਗਤੀਸ਼ੀਲਤਾ ਕਹਿ ਸਕਦੇ ਹਾਂ, ਉਹ ਵੱਧ ਜਾਂਦੀ ਹੈ। ਠੀਕ ਹੈ। ਉਹਦੇ ਨਾਲ ਰੇਟ ਆਫ ਰਿਐਕਸ਼ਨ ਜਿਹੜਾ ਹੈਗਾ ਉਹ ਵੀ ਤੇਜ਼ ਹੋ ਜਾਂਦਾ ਹੈ। ਓਕੇ, ਸੋ ਇਹਦੇ ਵਿੱਚ ਵੀ ਕੀ ਹੈ ਕਿ ਇੱਕ ਹੱਦ ਤੱਕ ਹੀ ਟੈਂਪਰੇਚਰ ਵਧਣ ਨਾਲ ਰੇਟ ਆਫ ਰਿਐਕਸ਼ਨ ਵਧੇਗਾ, ਅਤੇ ਇੱਕ ਜਗ੍ਹਾ 'ਤੇ ਜਾ ਕੇ ਟੈਂਪਰੇਚਰ ਵਧਣ ਦੇ ਨਾਲ ਰੇਟ ਆਫ ਰਿਐਕਸ਼ਨ ਘਟ ਜਾਵੇਗਾ। ਠੀਕ ਹੈ ਜੀ। ਤਾਂ ਇੱਕ ਹੀ ਟੈਂਪਰੇਚਰ ਸਹੀ ਟੈਂਪਰੇਚਰ ਹੁੰਦਾ, ਉਸਨੂੰ ਕਿਹਾ ਜਾਂਦਾ ਆਪਟੀਮਮ ਟੈਂਪਰੇਚਰ, ਜੋ ਕਿ ਨਾ ਵੱਧ ਹੋਵੇਗਾ ਨਾ ਘੱਟ ਹੋਵੇਗਾ। ਓਕੇ, there is certain temperature at which the enzyme activity is greatest। ਮਤਲਬ ਉਹ ਟੈਂਪਰੇਚਰ ਜਿਸ ਦੇ ਉੱਪਰ ਐਨਜ਼ਾਈਮ ਦੀ
ਐਕਟੀਵਿਟੀ ਸਭ ਤੋਂ ਉੱਤਮ ਹੁੰਦੀ ਹੈ, ਨਾ ਘੱਟ ਨਾ ਵੱਧ, ਤਾਂ ਉਸ ਟੈਂਪਰੇਚਰ ਨੂੰ ਆਪਟੀਮਮ ਟੈਂਪਰੇਚਰ ਕਿਹਾ ਜਾਂਦਾ ਹੈ। ਤੇ ਇਹ ਟੈਂਪਰੇਚਰ ਲਗਭਗ ਆਪਣੇ ਸਰੀਰ ਦੇ ਟੈਂਪਰੇਚਰ ਦੇ ਬਰਾਬਰ ਹੁੰਦਾ ਹੈ, ਜੋ ਹੁੰਦਾ ਹੈ ਆਪਣਾ 37 ਡਿਗਰੀ ਜਾਂ 37.5 ਡਿਗਰੀ। ਜਦੋਂ ਟੈਂਪਰੇਚਰ ਆਪਟੀਮਮ ਟੈਂਪਰੇਚਰ ਤੋਂ ਵੱਧ ਜਾਂਦਾ ਹੈ ਤਾਂ ਐਂਜ਼ਾਈਮ ਡੀਨੇਚਰ ਹੋ ਜਾਂਦਾ ਹੈ, ਤਾਂ ਉਹ ਆਪਣਾ ਕੰਮ ਕਰਨਾ ਛੱਡ ਦਿੰਦਾ ਹੈ। ਅਗਲਾ ਫੈਕਟਰ ਆਉਂਦਾ pH। ਈਚ ਐਂਜ਼ਾਈਮ ਵਰਕ ਵਿਦਿਨ ਦਾ ਕੁਆਇਟ ਅ ਸਮੋਲ pH ਰੇਂਜ। ਮਤਲਬ ਹਰ ਐਂਜ਼ਾਈਮ ਬਹੁਤ ਥੋੜੀ ਰੇਂਜ ਦੇ ਵਿੱਚ pH ਕੰਮ ਕਰਦਾ ਹੈ। ਮਤਲਬ pH ਵਿੱਚ ਜ਼ਿਆਦਾ ਵੇਰੀਏਸ਼ਨ ਆਉਣ ਨਾਲ ਐਂਜ਼ਾਈਮ ਆਪਣਾ ਕੰਮ ਕਰਨਾ ਛੱਡ ਦਿੰਦਾ ਹੈ। ਜਿਸ ਤਰ੍ਹਾਂ ਤੁਹਾਨੂੰ ਮੈਂ ਟੈਂਪਰੇਚਰ ਦੱਸਿਆ, ਉਸੇ ਤਰ੍ਹਾਂ pH ਦਾ ਹੈ ਕਿ ਇੱਕ pH ਵੈਲਿਊ ਹਰ ਐਂਜ਼ਾਈਮ ਲਈ ਐਸੀ ਹੁੰਦੀ ਹੈ। ਜਦੋਂ ਉਹ ਐਂਜ਼ਾਈਮ ਬਹੁਤ ਵਧੀਆ ਕੰਮ ਕਰਦਾ ਹੈ ਤਾਂ ਉਸ ਨੂੰ ਵੀ ਆਪਾਂ ਆਪਟੀਮਮ pH ਕਹਾਂਗੇ। ਠੀਕ ਹੈ, ਦਿਸ ਇਜ਼ ਬਿਕੋਜ਼ ਚੇਂਜਸ ਇਨ ਦਾ pH ਕੈਨ ਮੇਕ ਐਂਡ ਬ੍ਰੇਕ ਦਾ ਇੰਟਰ ਐਂਡ ਇੰਟਰਾ ਮੋਲੀਕੂਲਰ ਬੌਂਡਸ। ਜੇ pH ਨੂੰ ਆਪਾਂ ਘਟਾ ਵਧਾਵਾਂਗੇ ਲੋੜ ਤੋਂ, ਤਾਂ ਜਿਹੜੇ ਕੈਮੀਕਲ ਬੌਂਡਸ ਹੁੰਦੇ ਨੇ ਉਹ ਟੁੱਟ ਜਾਂਦੇ ਨੇ। ਠੀਕ ਹੈ, ਉਹਦੇ ਨਾਲ ਸ਼ੇਪ ਐਂਜ਼ਾਈਮ ਦੀ ਚੇਂਜ ਹੋ ਜਾਂਦੀ ਹੈ। ਸੋ ਐਂਜ਼ਾਈਮ ਦੀ ਜਿਹੜੀ ਪ੍ਰਭਾਵਸ਼ੀਲਤਾ ਹੁੰਦੀ ਉਹ ਖਤਮ ਹੋ ਜਾਂਦੀ ਹੈ। ਸੋ ਇਹ ਇੱਕ ਫਿਗਰ ਹੈ ਜੋ ਤੁਸੀਂ ਦੇਖ ਰਹੇ ਹੋ। ਇੱਥੇ ਲਿਖਿਆ ਹੋਏਗਾ, ਇੱਕ ਸਾਈਡ ਲਿਖਿਆ ਹੋਏਗਾ ਐਕਸ ਐਕਸਿਸ ਦੇ ਉੱਪਰ pH ਤੇ ਵਾਈ ਐਕਸਿਸ ਦੇ ਉੱਪਰ ਲਿਖਿਆ ਹੋਏਗਾ ਰਿਐਕਟੈਂਟ ਰਿਐਕਸ਼ਨ ਵੈਲੋਸਿਟੀ। ਠੀਕ ਹੈ, ਤਾਂ ਇਨੀਸ਼ੀਅਲੀ ਜਦੋਂ pH ਵੱਧ ਰਹੀ ਹੈ ਤਾਂ ਰਿਐਕਸ਼ਨ ਵੈਲੋਸਿਟੀ ਵੱਧ ਰਹੀ ਹੈ, ਉਸ ਤੋਂ ਇੱਕ ਪੀਕ ਤੇ ਜਾ ਕੇ ਬਾਅਦ ਵਿੱਚ ਰੇਟ ਆਫ ਰਿਐਕਸ਼ਨ ਘਟਣਾ ਸ਼ੁਰੂ ਹੋ ਜਾਂਦਾ ਹੈ। ਸੋ ਇਹ ਇੱਕ ਆਪਟੀਮਮ pH ਡਿਸਾਈਡ ਕਰਦਾ ਕਿਸੇ ਵੀ ਐਂਜ਼ਾਈਮ ਦੀ। ਅਗਲਾ ਆਪਣਾ ਆਉਂਦਾ ਹੈ concentration of the enzyme and substrate. The rate of the enzyme catalyzed reaction depend on the concentration of enzyme and substrate. ਮਤਲਬ ਐਂਜ਼ਾਈਮ ਦੀ ਮਾਤਰਾ ਕਿੰਨੀ ਹੈ ਤੇ ਜਿਸ ਸਬਸਟ੍ਰੇਟ ਦੇ ਉੱਪਰ ਐਂਜ਼ਾਈਮ ਨੇ ਕੰਮ ਕਰਨਾ ਹੈ ਉਹਦੀ ਮਾਤਰਾ ਕਿੰਨੀ ਹੈ, ਇਹ ਦੋਨੇ ਵੀ ਪ੍ਰਭਾਵਿਤ ਕਰਦੇ ਹਨ ਕਿਸੇ ਵੀ ਐਂਜ਼ਾਈਮ ਦੀ ਐਕਟੀਵਿਟੀ ਨੂੰ। ਓਕੇ, ਐਜ਼ ਦਾ ਕੰਸਨਟ੍ਰੇਸ਼ਨ ਆਫ ਈਦਰ ਇਜ਼ ਇਨਕਰੀਜ਼ਡ। ਈਦਰ ਮਤਲਬ ਦੋਨਾਂ ਵਿੱਚੋਂ ਕਿਸੇ ਦੇ ਵੀ, ਐਂਜ਼ਾਈਮ ਦੀ ਜਾਂ ਸਬਸਟ੍ਰੇਟ ਦੀ, ਦਾ ਰੇਟ ਆਫ ਰਿਐਕਸ਼ਨ ਇਨਕਰੀਜ਼ ਹੋਵੇਗਾ। ਫॉर ਗਿਵਨ ਐਂਜ਼ਾਈਮ ਕੰਸਨਟ੍ਰੇਸ਼ਨ ਦਾ ਰੇਟ ਆਫ ਰਿਐਕਸ਼ਨ ਇਨਕਰੀਜ਼ ਵਿਦ ਇਨਕਰੀਜ਼ ਇਨ ਸਬਸਟ੍ਰੇਟ ਕੰਸਨਟ੍ਰੇਸ਼ਨ ਅਪ ਟੂ ਅ ਪੁਆਇੰਟ। ਮਤਲਬ ਇੱਕ ਪੁਆਇੰਟ ਤੱਕ ਇੱਕ ਚੀਜ਼ ਨੂੰ ਵਧਾਉਣ ਦੇ ਨਾਲ ਰੇਟ ਆਫ ਰਿਐਕਸ਼ਨ ਵੀ ਵਧੂਗਾ, ਤੇ ਉਸ ਤੋਂ ਉਪਰੰਤ ਇੱਕ ਪੁਆਇੰਟ ਇਹੋ ਜਿਹਾ ਆ ਜਾਵੇਗਾ ਜਿੱਥੇ ਕੰਸਨਟ੍ਰੇਸ਼ਨ ਵਧਾਉਣ ਨਾਲ ਰੇਟ ਆਫ ਰਿਐਕਸ਼ਨ ਨੂੰ ਕੋਈ ਫਰਕ ਨਹੀਂ ਪੈਂਦਾ। This is because the active site of the enzyme molecule at any given moment are virtually saturated with substrate। ਮਤਲਬ ਜਿਹੜਾ ਇੱਕ ਐਂਜ਼ਾਈਮ ਹੁੰਦਾ ਹੈ ਉਸ ਦੇ ਉੱਪਰ ਨੰਬਰ ਆਫ ਐਕਟਿਵ ਸਾਈਟ ਜਿੰਨੀਆਂ ਹੁੰਦੀਆਂ ਨੇ, ਜਦੋਂ ਉਹ ਸਾਰੀਆਂ ਸਾਈਟ ਫਿਲ ਹੋ ਜਾਣ ਸਬਸਟ੍ਰੇਟ ਦੇ ਨਾਲ, ਉਸ ਤੋਂ ਬਾਅਦ ਸਬਸਟ੍ਰੇਟ ਦੀ ਮਾਤਰਾ ਚਾਹੇ ਵਧਾ ਲਓ ਚਾਹੇ ਘਟਾ ਲਓ, ਕੋਈ ਫਰਕ ਨਹੀਂ ਪੈਂਦਾ। ਉਹ ਡਿਪੈਂਡ ਕਰਦਾ ਕਿ ਐਕਟਿਵ ਸਾਈਟ ਜਿਹੜੀਆਂ ਹੈਗੀਆਂ ਸੀ ਉਹ ਪਹਿਲਾਂ ਹੀ ਸੈਚੂਰੇਟ ਹੋ ਗਈਆਂ ਨੇ। ਜਦ ਤੱਕ ਐਕਟਿਵ ਸਾਈਟ ਪੈਂਡਿੰਗ ਹੋਵੇਗੀ ਕੋਈ ਜਿਹੜੀ ਹਜੇ ਫ੍ਰੀ ਹੋਵੇਗੀ, ਤਦ ਤੱਕ ਰੇਟ ਆਫ ਰਿਐਕਸ਼ਨ ਵਧੇਗਾ। ਸਾਰੀਆਂ ਐਕਟਿਵ ਸਾਈਟ ਫਿਲ ਹੋਣ ਤੋਂ ਬਾਅਦ ਰੇਟ ਆਫ ਰਿਐਕਸ਼ਨ ਨਹੀਂ ਵੱਧਦਾ। ਉਦਾਹਰਨ ਦੇ ਤੌਰ 'ਤੇ ਮੰਨ ਲਓ ਕਿ ਇੱਕ ਐਂਜ਼ਾਈਮ ਦੇ ਕੋਲ 5 ਐਕਟਿਵ ਸਾਈਟ ਨੇ। ਠੀਕ ਹੈ, ਤਾਂ ਤੁਹਾਡੇ ਕੋਲ ਜਿਹੜਾ ਸਬਸਟ੍ਰੇਟ ਆ ਉਹਦੇ ਮੋਲੀਕਿਊਲ ਮੰਨ ਲਓ 10 ਨੇ। ਤਾਂ ਇਨੀਸ਼ੀਅਲੀ ਕੀ ਹੋ ਗਿਆ ਕਿ 5 ਸਾਈਟ ਨੇ, ਤਾਂ ਇੱਕ ਸਾਈਟ ਪਾਈ, ਇੱਕ ਸਬਸਟ੍ਰੇਟ ਪਾਇਆ, ਰੇਟ ਆਫ ਰਿਐਕਸ਼ਨ ਵੱਧ ਗਿਆ, ਦੂਜਾ ਪਾਇਆ, ਰੇਟ ਆਫ ਰਿਐਕਸ਼ਨ ਵੱਧ ਗਿਆ। ਇਸ ਤਰ੍ਹਾਂ 5 ਤੱਕ ਉਹ ਲਗਾਤਾਰ ਵਧੇਗਾ। ਪਰ ਜਦੋਂ ਆਪਾਂ ਕਿ ਸਾਈਟ ਹੀ 5 ਨੇ ਤਾਂ 5 ਮੋਲੀਕਿਊਲ ਫਿਲ ਹੋ ਗਏ ਆਲਰੇਡੀ, ਤਾਂ 5 ਸਾਈਟ ਸੈਚੂਰੇਟ ਹੋ ਗਈਆਂ। ਤਾਂ ਉਸ ਤੋਂ ਬਾਅਦ ਅਗਲਾ ਜਿਹੜਾ ਮੋਲੀਕਿਊਲ ਸਬਸਟ੍ਰੇਟ ਦਾ ਹੋਵੇਗਾ ਉਹਦੇ ਨਾਲ ਰੇਟ ਆਫ ਰਿਐਕਸ਼ਨ 'ਤੇ ਕੋਈ ਪ੍ਰਭਾਵ ਨਹੀਂ ਪੈਂਦਾ। ਨੈਕਸਟ ਆਪਣਾ ਤੁਸੀਂ ਇਸ ਇਮੇਜ ਦੇਖ ਰਹੇ ਹੋ, ਐਂਜ਼ਾਈਮ ਦੀ ਕੰਸਨਟ੍ਰੇਸ਼ਨ ਲਿਖੀ ਹੈ ਐਕਸ ਐਕਸਿਸ ਦੇ ਉੱਪਰ, ਰਿਐਕਸ਼ਨ ਵੈਲੋਸਿਟੀ ਲਿਖੀ ਹੈ ਵਾਈ ਐਕਸਿਸ ਦੇ ਉੱਪਰ। ਤਾਂ ਇਹ 'ਚ ਵੀ ਤੁਸੀਂ ਕੀ ਦੇਖ ਰਹੇ ਹੋ ਕਿ ਐਂਜ਼ਾਈਮ ਦੀ ਕੰਸਨਟ੍ਰੇਸ਼ਨ ਇੱਕ ਪੁਆਇੰਟ ਤੱਕ ਲਗਾਤਾਰ ਜਿੰਨੀ ਵੱਧ ਰਹੀ ਹੈ ਉਹਨਾਂ ਰੇਟ ਆਫ ਰਿਐਕਸ਼ਨ ਵੀ ਵੱਧ ਰਿਹਾ ਹੈਗਾ। ਬਟ ਇੱਕ ਟਾਈਮ ਦੇ ਉੱਪਰ ਆ ਕੇ ਤੁਸੀਂ ਦੇਖ ਰਹੇ ਹੋ ਕਿ ਰੇਟ ਆਫ ਰਿਐਕਸ਼ਨ ਕੌਨਸਟੈਂਟ ਹੋ ਗਿਆ। ਠੀਕ ਹੈ, ਸੋ ਇਸੇ ਤਰ੍ਹਾਂ ਤੁਸੀਂ ਅਗਲੀ ਡਾਇਗਰਾਮ ਦੇਖ ਰਹੇ ਹੋ। ਇੱਥੇ ਸਬਸਟ੍ਰੇਟ ਦੀ ਕੰਸਨਟ੍ਰੇਸ਼ਨ ਲੈਤੀ ਐਕਸ ਐਕਸਿਸ ਦੇ ਉੱਪਰ, ਰਿਐਕਸ਼ਨ ਵੈਲੋਸਿਟੀ ਲੈਤੀ ਵਾਈ ਐਕਸਿਸ ਦੇ ਉੱਪਰ। ਤਾਂ ਇੱਥੇ ਵੀ ਤੁਸੀਂ ਦੇਖ ਰਹੇ ਹੋ ਕਿ ਇਨੀਸ਼ੀਅਲੀ ਸਬਸਟ੍ਰੇਟ ਦੇ ਕੰਸਨਟ੍ਰੇਸ਼ਨ ਵਧਣ ਨਾਲ ਰੇਟ ਆਫ ਰਿਐਕਸ਼ਨ ਵੱਧ ਰਿਹਾ ਹੈ, ਬਟ ਇੱਕ ਟਾਈਮ ਦੇ ਉੱਪਰ ਜਾ ਕੇ ਇਹ ਵੀ ਕੌਨਸਟੈਂਟ ਹੋ ਰਿਹਾ ਹੈ। ਸੋ ਨੈਕਸਟ ਆਪਾਂ ਗੱਲ ਕਰੀਏ, ਚੌਥਾ ਪੁਆਇੰਟ, ਇਨਹਿਬਿਸ਼ਨ ਆਫ ਐਂਜ਼ਾਈਮ ਐਕਟੀਵਿਟੀ। ਸਮ ਸਬਸਟਾਂਸ ਰਿਡਿਊਸ ਔਰ ਈਵਨ ਸਟਾਪ ਦਾ ਕੈਟਾਲਿਟਿਕ ਐਕਟੀਵਿਟੀ ਆਫ ਐਂਜ਼ਾਈਮ। ਕੁਝ ਸਬਸਟਾਂਸ ਇਹੋ ਜਿਹੇ ਹੁੰਦੇ ਨੇ, ਕੁਝ ਪਦਾਰਥ ਇਹੋ ਜਿਹੇ ਹੁੰਦੇ ਨੇ ਜੋ ਐਂਜ਼ਾਈਮ ਨੂੰ ਕੰਮ ਕਰਨ ਤੋਂ ਰੋਕਦੇ ਨੇ। ਉਹਨਾਂ ਸਬਸਟੈਂਸ ਨੂੰ, ਉਹਨਾਂ ਪਦਾਰਥਾਂ ਨੂੰ ਇਨਹਿਬਿਟਰ ਕਿਹਾ ਜਾਂਦਾ ਹੈ। ਠੀਕ ਹੈ, ਉਹ ਇਨਹਿਬਿਟਰ ਕਰਦੇ ਕੀ ਨੇ, ਉਹ ਐਂਜ਼ਾਈਮ ਦੀ ਐਕਟਿਵ ਸਾਈਟ ਨੂੰ ਹੀ ਬਲੌਕ ਕਰ ਦਿੰਦੇ ਨੇ ਜਾਂ ਉਸ ਸਾਈਟ ਨੂੰ ਡਿਸਟੋਰਟ ਕਰ ਦਿੰਦੇ, ਮਤਲਬ ਉਹਦੀ ਸ਼ੇਪ ਨੂੰ ਚੇਂਜ ਕਰ ਦਿੰਦੇ ਨੇ। These chemicals are called inhibitors because they inhibit the reaction, ਕਿਉਂਕਿ ਰਿਐਕਸ਼ਨ ਨੂੰ ਰੋਕਦੇ ਨੇ, ਇਸ ਕਰਕੇ ਆਪਾਂ ਇਹਨਾਂ ਨੂੰ ਇਨਹਿਬਿਟਰ ਕਹਿੰਦੇ ਹਾਂ। Inhibitor occupy the active site and prevent the substrate molecule from binding to the enzyme। ਮਤਲਬ ਜਦੋਂ ਇਹ ਐਕਟਿਵ ਸਾਈਟ ਨੂੰ ਹੀ ਬਲੌਕ ਕਰ ਦੇਣਗੇ ਤਾਂ ਉਸ ਸਾਈਟ ਨਾਲ ਜਿਹੜੇ ਐਕਚੁਅਲ ਮੋਲੀਕਿਊਲ ਨੇ, ਸਬਸਟਾਂਸ ਨੇ,
ਬਾਈਂਡ ਕਰਨਾ ਸੀ ਉਹ ਬਾਈਂਡ ਨਹੀਂ ਹੋਵੇਗਾ ਤਾਂ ਇਸ ਕਰਕੇ ਰੇਟ ਆਫ ਰਿਐਕਸ਼ਨ ਰੁਕ ਜਾਵੇਗਾ। ਸਮਟਾਈਮਸ ਕੀ ਹੁੰਦਾ ਕਿ ਇਨਹਿਬਿਟਰ ਅਟੈਚ ਟੂ ਦਾ ਅਦਰ ਪਾਰਟ ਆਫ ਦਾ ਐਂਜ਼ਾਈਮ ਮੋਲੀਕੂਲ ਪਰਹੈਪਸ ਡਿਸਟੋਰਟਿੰਗ ਇਟਸ ਸ਼ੇਪ। ਕਈ ਵਾਰ ਇਹ ਐਕਟਿਵ ਸਾਈਟ ਨੂੰ ਛੱਡ ਕੇ ਕਿਸੇ ਹੋਰ ਸਾਈਟ ਨਾਲ ਬਾਈਂਡ ਹੋ ਕੇ ਐਂਜ਼ਾਈਮ ਦੀ ਸ਼ੇਪ ਨੂੰ ਹੀ ਚੇਂਜ ਕਰ ਦਿੰਦੇ ਨੇ, ਤਾਂ ਇਸ ਨੂੰ ਕਿਹਾ ਜਾਂਦਾ ਹੈ ਨੋਨ ਐਕਟਿਵ ਸਾਈਟ ਡਾਇਰੈਕਟਡ ਔਰ ਨੋਨ ਕੰਪੀਟੀਟਿਵ ਇਨਹਿਬਿਸ਼ਨ। ਓਕੇ, ਸੋ ਉਮੀਦ ਕਰਦਾ ਇਹ ਤੁਹਾਨੂੰ ਵੀਡੀਓ ਪਸੰਦ ਆਵੇਗਾ, ਕਿਉਂਕਿ ਬਹੁਤ ਸਾਰੀ ਡਿਟੇਲ ਤੁਹਾਨੂੰ ਮੈਂ ਐਂਜ਼ਾਈਮ ਦੀ ਸਮਝਾਈ ਆ ਪਿਓਰ ਮਾਤਾ ਭਾਸ਼ਾ ਪੰਜਾਬੀ ਦੇ ਵਿੱਚ। ਤਾਂ ਹਰ ਮੈਡੀਕਲ ਦੇ ਵਿਸ਼ੇ ਨੂੰ, ਕਿਸੇ ਵੀ ਟੌਪਿਕ ਨੂੰ ਮਾਤ ਭਾਸ਼ਾ ਵਿੱਚ ਸਮਝਣ ਦੇ ਲਈ ਇੱਕੋ ਇੱਕ ਚੈਨਲ ਹਮੇਸ਼ਾ ਯਾਦ ਰੱਖੋ, ਐਜੂਕੇਸ਼ਨ ਸਿੰਪਲੀਫਾਈਡ ਬਾਈ OCDC, ਅਤੇ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲੋ।